77 पोस्टां आईਆਂ ਨੇ इस बार 2020 ਦੇ ਵਿੱਚ, ਜਿਹਦੇ ਵਿੱਚੋਂ 26 पोस्टां ਆਈਆਂ ਨੇ DSP ਦੀਆਂ ਤੇ 20 पोस्टां ਆਈਆਂ ਨੇ ਐਗਜ਼ੀਕਿਊਟਿਵ ਬ੍ਰਾਂਚ ਦੇ ਵਿੱਚ। DSP मतलब कि ਤੁਸੀਂ डायरैक्ट 26 ਬੰਦੇ डायरैक्ट DSP भर्ती हो जाएंगे। 21 साल का बच्चा ਜਿਹਦੇ ਚੰਗੀ ਤਰ੍ਹਾਂ ਦਾੜੀ ਮੁੱਛ ਵੀ ਨਹੀਂ ਹੈ ਉਹ DSP ਲੱਗ ਸਕਦਾ, ਐਗਜ਼ੀਕਿਊਟਿਵ ਬ੍ਰਾਂਚ ਦੇ ਵਿੱਚ ਲੱਗ ਸਕਦਾ, ਤੁਸੀਂ SDO ਲੱਗ ਸਕਦੇ ਹੋ। ਸਿੱਧੇ ਡਾਇਰੈਕਟ 21 ਸਾਲ ਦਾ ਲੱਗਦਾ। ਜੇਕਰ ਮਿਹਨਤ ਕੀਤੀ ਆਪਾਂ ਇਸ ਦੇ ਸਿਲੇਬਸ ਬਾਰੇ ਗੱਲ ਕਰਾਂਗੇ। ਆਪਾਂ ਦੇਖਣਾ ਕਿਹਨੂੰ ਜ਼ਿਆਦਾ ਪ੍ਰੋਫਿਟ ਰਹੂਗਾ ਇਸ ਚੀਜ਼ ਦਾ, ਕਿਹੜਾ ਬੰਦਾ ਛੇਤੀ ਸੋਲਵ ਕਰ ਸਕੂਗਾ, ਕੌਣ ਫਿਲ ਕਰ ਸਕਦੇ ਨੇ। ਆਪਾਂ ਇਸ ਚੀਜ਼ 'ਤੇ ਗੱਲ ਕਰਾਂਗੇ। ਠੀਕ ਹੈ, ਹੁਣ ਆਪਾਂ ਸਟਾਰਟਿੰਗ ਤੋਂ ਗੱਲ ਕਰਦੇ ਹਾਂ ਜੀ, ਕਿੱਥੋਂ ਸਟਾਰਟ ਹੁੰਦਾ ਬੇਸ, ਕਿਉਂਕਿ ਜਿਨ੍ਹਾਂ ਬੱਚਿਆਂ ਨੂੰ ਨਹੀਂ ਪਤਾ ਵੀ ਕਿੱਥੋਂ ਅਸੀਂ ਸਟਾਰਟ ਕਰੀਏ ਪੜ੍ਹਾਈ ਆਖਿਰਕਾਰ ਸ਼ੁਰੂ ਕਿੱਥੋਂ ਕਰਨੀ ਚਾਹੀਦੀ ਹੈ। ਆਪਾਂ ਸਟਾਰਟਿੰਗ ਤੋਂ ਸ਼ੁਰੂ ਕਰਦੇ ਹਾਂ ਵੀ ਕੌਣ ਇਸ ਪੇਪਰ ਨੂੰ ਦੇਣ ਦੇ ਕਾਬਿਲ ਹੈ। ਠੀਕ ਹੈ, ਮੈਟ੍ਰਿਕ ਤੋਂ ਬਾਅਦ ਜਦੋਂ ਸਮਾਂ ਆਉਂਦਾ ਵੀ ਤੁਸੀਂ ਇੱਕ ਫੀਲਡ ਚੂਜ਼ ਕਰੋ, ਆਪਦਾ ਪ੍ਰੋਫੈਸ਼ਨ ਚੂਜ਼ ਕਰੋ, ਤਾਂ 4 ਤਰ੍ਹਾਂ ਦੀ ਆਪਸ਼ਨ ਹੁੰਦੀਆਂ ਆਪਣੇ ਕੋਲ। ਨੋਨ ਮੈਡੀਕਲ ਹੁੰਦਾ, ਜਿਹੜੇ ਬੱਚੇ ਇੰਜੀਨੀਅਰਿੰਗ ਲਾਈਨ ਦੇ ਵਿੱਚ ਜਾਂਦੇ ਨੇ, ਟੈਕਨੀਕਲ ਫੀਲਡ ਦੇ ਵਿੱਚ ਜਾਂਦੇ ਨੇ, ਉਹ ਨੋਨ ਮੈਡੀਕਲ ਫੀਲਡ ਚੂਜ਼ ਕਰਦੇ ਨੇ। ਮੈਡੀਕਲ ਫੀਲਡ ਹੁੰਦਾ ਜਿਹੜੇ ਬੱਚੇ ਡਾਕਟਰ ਫੀਲਡ ਦੇ ਵਿੱਚ ਜਾ ਰਹੇ ਨੇ, ਉਹਨਾਂ ਨੂੰ ਮੈਡੀਕਲ ਫੀਲਡ ਚੂਜ਼ ਕਰਨੀ ਪੈਂਦੀ ਹੈ। ਫਿਰ ਹੁੰਦਾ ਜੀ ਕਾਮਰਸ ਵਾਲੇ ਜਾਂਦੇ ਨੇ ਅਕਾਊਂਟੈਂਟ ਦੇ ਵਿੱਚ, ਜਿਨ੍ਹਾਂ ਨੇ ਅਕਾਊਂਟੈਂਟ ਦਾ ਕੰਮ ਕਰਨਾ ਹੁੰਦਾ। ਉਹ ਸਾਰੇ CA ਵਗੈਰਾ ਜਿਹੜੇ ਹੁੰਦੇ ਨੇ ਉਹ ਕਾਮਰਸ ਨੂੰ ਲੈ ਕੇ ਅੱਗੇ ਆਪਣਾ ਲੈ ਕੇ ਉਹ ਆਪਣਾ ਅੱਗੇ ਪ੍ਰੋਫੈਸ਼ਨ ਬਣਾਉਂਦੇ। ਠੀਕ ਹੈ ਜੀ, ਹੁਣ ਇੱਕ ਉਸ ਤੋਂ ਬਿਨਾਂ ਇੱਕ ਆਉਂਦਾ ਵਾ ਸਬਜੈਕਟ ਆਰਟਸ ਵਾਲੇ ਕੀ ਕਰਦੇ ਨੇ, ਜ਼ਿਆਦਾਤਰ ਬੱਚੇ ਨੇ ਜਿਹੜੇ ਪੜ੍ਹਾਈ ਦੇ ਵਿੱਚ ਥੋੜ੍ਹੇ ਜਿਹੇ ਵੀਕ ਹੁੰਦੇ ਨੇ, ਉਹ ਆਰਟਸ ਲੈ ਲੈਂਦੇ ਨੇ, ਕਿਉਂਕਿ ਆਹ ਜਿਹੜੀਆਂ 3 ਟ੍ਰੇਡਾਂ ਨੇ, ਇਹ 3 ਟ੍ਰੇਡਾਂ ਬੜੀਆਂ ਕਲੀਅਰ ਹੁੰਦੀਆਂ ਨੇ। ਲੋਕ ਹੁਣ ਆਪਾਂ ਦੇਖਦੇ ਹਾਂ ਵੀ ਆਰਟਸ ਵਾਲੇ ਬੱਚੇ ਨੇ ਜਿਹੜੇ ਉਹ ਕਿੱਧਰ ਜਾ ਸਕਦੇ। ਆਰਟਸ ਵਾਲਾ ਦਾ ਕੀ ਕੰਮ ਹੁੰਦਾ, ਨॉन ਮੈਡੀਕਲ ਵਾਲੇ ਟੈਕਨੀਕਲ ਫੀਲਡ ਚਲੇ ਗਏ, ਮੈਡੀਕਲ ਡਾਕਟਰ ਫੀਲਡ ਚਲੇ ਗਏ, ਕਾਮਰਸ ਵਾਲੇ ਅਕਾਊਂਟੈਂਟ CA ਬਣ ਬਚ ਗਏ ਆਰਟਸ। ਜ਼ਿਆਦਾਤਰ ਜਿਹੜੇ ਆਪਣੇ ਬੱਚੇ ਨੇ ਉਹ ਆਰਟਸ ਨੂੰ ਲੈ ਕੇ ਅੱਗੇ ਆਪਣਾ ਕੈਰੀਅਰ ਬਣਾਉਣ ਦੀ ਸੋਚਦੇ ਨੇ। ਜਾਂ ਫਿਰ ਆਪਾਂ ਇਹ ਕਹਿੰਦੇ ਕਿ ਆਰਟਸ ਵਾਲੇ ਬੱਚੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕੀ ਕਰਨਾ, ਕਨਫਿਊਜ਼ ਹੁੰਦੇ ਨੇ ਆਪਣੇ ਕੈਰੀਅਰ ਨੂੰ ਲੈ ਕੇ, ਉਹ ਆਰਟਸ ਚੱਕ ਲੈਂਦੇ ਨੇ। ਠੀਕ ਹੈ, ਅੱਛਾ ਹੁਣ ਆਰਟਸ ਦੇ ਵਿੱਚ ਰਹਿ ਕੇ ਜਾਂਦਾ, ਆਰਟਸ ਦੇ ਵਿੱਚ ਆਉਂਦਾ ਜੀ ਜਿਹੜੇ ਬੱਚੇ ਸਿਵਲ ਸਰਵਿਸਿਜ਼ ਦੇ ਵਿੱਚ ਜਾਣ। ਸਿਵਲ ਸਰਵਿਸਿਜ਼ ਕੀ ਹੁੰਦੀ, ਸਿਵਲ ਸਰਵਿਸਿਜ਼ ਹੁੰਦੀਆਂ ਨੇ ਆ ਜਾਂਦੇ ਨੇ IAS ਆਫਿਸਰ, ਜਿਵੇਂ ਆਪਣੇ ਜਿਹੜੇ DM ਹੁੰਦੇ ਨੇ, ਜਾਂ ਉਹਨੂੰ ਆਪਾਂ DC ਬੋਲ ਦਿੰਦੇ ਹਾਂ। ਠੀਕ ਹੈ ਜੀ, SDM ਹੁੰਦੇ ਨੇ ਆਪਣੇ, ਤਹਿਸੀਲਦਾਰ ਛੋਟਾ ਰੈਂਕ ਆ ਜਾਂਦਾ। ਠੀਕ ਹੈ ਜੀ, ਪਟਵਾਰੀ ਹੋ ਗਏ, ਜਿਹੜੇ ਸਿਵਲ ਸਰਵਿਸਿਜ਼ ਦਾ ਕੰਮ ਕਰਦੇ ਨੇ, ਤੁਹਾਨੂੰ ਸੇਵਾਵਾਂ ਪ੍ਰਦਾਨ ਕਰਦੇ ਨੇ। ਤੁਸੀਂ ਕੋਈ ਵੀ ਚੀਜ਼ ਮੰਨ ਲਓ ਕੋਈ ਕੰਮ ਕਰਾਉਣਾ ਸਰਕਾਰੀ, ਉਹ ਇਹ ਲੋਕ ਹੈਂਡਲ ਕਰਦੇ ਨੇ। ਪੁਲਿਸ ਹੁੰਦੀ ਹੈ ਤੁਹਾਡੀ, ਉਹ ਇਹਦੇ 'ਚ ਆਉਗੀ, IPS ਦੇ ਐਗਜ਼ਾਮ ਵਗੈਰਾ ਹੁੰਦੇ ਨੇ। ਠੀਕ ਹੈ ਜੀ, ਸਾਰਾ ਕੁਝ ਉਹ ਆਰਟਸ ਵਾਲੇ ਬੱਚਿਆਂ ਨੇ ਕਰਨਾ ਹੁੰਦਾ। ਬਟ ਕੀ ਹੁੰਦਾ ਕਿ ਆਰਟਸ ਵਾਲੇ ਬੱਚੇ ਜਿਹੜੇ ਹੁੰਦੇ ਨੇ, ਇਹਨਾਂ ਨੂੰ ਜ਼ਿਆਦਾਤਰ ਸਪੈਸ਼ਲੀ ਜਿਹੜੇ ਆਪਣੇ ਏਰੀਏ ਦੇ ਨੇ, ਇਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਸਾਡਾ ਕੰਮ ਕੀ ਹੈ। ਮੈਡੀਕਲ ਵਾਲਿਆਂ ਨੂੰ ਪਤਾ ਕੀ ਹੈ, ਨॉन ਮੈਡੀਕਲ ਵਾਲਿਆਂ ਨੂੰ ਪਤਾ, ਕਾਮਰਸ ਵਾਲਿਆਂ ਨੂੰ ਪਤਾ, ਬਟ ਆਰਟਸ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਵੀ ਅਸੀਂ ਕਰਨਾ ਕੀ ਹੈ। ਉਹ ਫਿਰ ਕੀ ਕਰਦੇ ਨੇ, ਗ੍ਰੈਜੂਏਸ਼ਨ ਕੀਤੀ, IBPS ਦਾ ਐਗਜ਼ਾਮ ਆ ਗਿਆ ਤਾਂ ਉਹਨਾਂ ਨੇ ਉਹ ਦਿੱਤਾ, ਪਟਵਾਰੀ ਦੀ ਪੋਸਟ ਨਿਕਲ ਆਈ ਉਹ ਉਹਨਾਂ ਨੇ ਫਿਲ ਕਰਤੇ ਫਾਰਮ, UPSC ਆ ਗਿਆ ਉਹਨਾਂ ਨੂੰ ਉਹ ਫਿਲ ਕਰਤਾ, PCS ਆ ਗਿਆ ਉਹ ਫਿਰ। ਮਤਲਬ ਕਿ ਉਹ ਬੱਚੇ ਕਲੀਅਰ ਨਹੀਂ ਹੁੰਦੇ। ਜੇ ਕੋਈ ਟੀਚਿੰਗ ਲਾਈਨ ਦੇ ਵਿੱਚ ਪੋਸਟ ਆ ਗਈ ਉਹ ਫਾਰਮ ਫਿਲ ਕਰ ਦਿੰਦੇ। ਸਭ ਤੋਂ ਪਹਿਲਾਂ ਮੇਨ ਕੰਮ ਹੈ ਕਿ ਤੁਸੀਂ ਫੋਕਸ ਹੋ ਜਾਓ ਇੱਕ ਚੀਜ਼ 'ਤੇ। ਨਹੀਂ ਜੀ, ਅਸੀਂ ਜੇਕਰ ਬਾਜ਼ਾਰ ਜਾ ਰਹੇ ਤਾਂ ਅਸੀਂ ਆਹ ਚੀਜ਼ ਲੈ ਕੇ ਆਉਣੀ ਹੈ। ਇਸ ਤਰ੍ਹਾਂ ਨਹੀਂ ਕਿ ਤੁਸੀਂ 100 ਰੁਪਏ ਜੇਬ 'ਚ ਪਾਇਆ, ਤੁਸੀਂ ਚਲੇ ਗਏ, ਠੇਕਾ ਆ ਗਿਆ ਤਾਂ ਠੇਕਾ ਉਹਨੇ ਤੁਸੀਂ ਵਧੀਆ ਲੈ ਕੇ ਆ ਗਏ, ਸਬਜ਼ੀ ਵਾਲਾ ਦੇ ਅੱਗੇ ਸਬਜ਼ੀ ਲੈ ਕੇ ਆ ਗਏ, ਮਾਰਕੀਟ ਵਿੱਚ ਚਲੇ ਗਏ ਤਾਂ ਖੰਡ ਲੈ ਕੇ ਆ ਗਏ। ਨਹੀਂ, ਤੁਹਾਨੂੰ ਘਰੋਂ ਸੋਚ ਕੇ ਨਿਕਲਣਾ ਪਊਗਾ ਜੀ ਅਸੀਂ ਆਹ ਵਾਲੀ ਚੀਜ਼ ਲੈਣ ਨਿਕਲੇ ਹਾਂ, ਇੰਨੇ ਪੈਸੇ ਆ ਅਤੇ ਅਸੀਂ ਇਹੀ ਚੀਜ਼ ਲੈ ਕੇ ਆਵਾਂਗੇ। ਠੀਕ ਹੈ, ਹੁਣ ਇਸ ਲਈ ਆਰਟਸ ਵਾਲਿਆਂ ਨੂੰ ਫੋਕਸ ਹੋਣਾ ਪਊਗਾ ਕਿ ਤੁਸੀਂ ਜਾਂ ਤਾਂ IB ਵਿੱਚ ਜਾਣਾ ਚਾਹੁੰਦੇ ਨੇ। IBPS ਜਿਹੜਾ ਐਗਜ਼ਾਮ ਹੈ, ਬਹੁਤ ਸਾਰੇ ਆਰਟਸ ਵਾਲੇ ਬੱਚੇ BA ਕਰਕੇ ਉਹ IBPS ਦਾ ਐਗਜ਼ਾਮ ਦੇ ਵਿੱਚ ਜਿਹੜੇ ਬੱਚੇ ਨੇ BA ਕੀਤੀ ਹੈ, MA ਕੀਤੀ ਹੈ, ਜੇਕਰ ਉਹ ਕੋਚਿੰਗ ਨਹੀਂ ਲੈ ਰਿਹਾ ਕਿਸੇ ਵਧੀਆ ਅਕੈਡਮੀ ਤੋਂ, ਉਹ ਬੱਚਾ IBPS ਦਾ ਐਗਜ਼ਾਮ ਕਲੀਅਰ ਨਹੀਂ ਕਰ ਸਕਦਾ। ਬੈਂਕਿੰਗ ਲਾਈਨ ਦਾ ਐਗਜ਼ਾਮ ਉਹ ਤੋਂ ਕਲੀਅਰ ਨਹੀਂ ਹੋਣਾ, ਇਹ ਪੋਸੀਬਲ ਨਹੀਂ। ਠੀਕ ਹੈ ਜੀ, ਕਿਉਂਕਿ ਉਹਦੇ ਵਿੱਚ ਮੈਥ ਬਹੁਤ ਜ਼ਿਆਦਾ ਹੁੰਦਾ, ਕਰੰਟ ਅਫੇਅਰਸ ਬਹੁਤ ਜ਼ਿਆਦਾ ਹੁੰਦੇ। ਮਤਲਬ ਮੇਨ ਆਪਾਂ ਚਲੋ ਮੈਥ ਹੁੰਦਾ, ਇਸ ਲਈ ਮੇਰਾ ਪੇਪਰ ਹੈ ਉਹ ਪੱਕਾ ਹੋਵੇ BA ਵਾਲੇ ਨਹੀਂ ਕਰ ਸਕਦੇ ਬਿਨਾਂ ਕੋਚਿੰਗ ਤੋਂ। ਹਾਂ, ਤੁਸੀਂ ਕੋਚਿੰਗ ਲੈ ਰਹੇ ਹੋ ਸਾਲ 1.5 ਸਾਲ ਦੀ, ਫਿਰ ਉਸ ਤੋਂ ਬਾਅਦ ਤੁਸੀਂ
ਜਿਹਨੂੰ ਰੇਸ ਨੂੰ ਕਲੀਅਰ ਕਰ ਸਕਦੇ ਹੋ। IBPS ਦੇ ਵਿੱਚ ਵੈਕੈਂਸੀ ਬਹੁਤ ਜ਼ਿਆਦਾ ਹੁੰਦੀ ਹੈ ਬੈਂਕਿੰਗ ਸੈਕਟਰ ਦੇ ਵਿੱਚ, ਹਰ ਸਾਲ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀ ਹੁੰਦੀ ਹੈ। ਬਟ ਤੁਸੀਂ ਜੇ ਜੋ ਤੁਹਾਡਾ ਪ੍ਰੋਫੈਸ਼ਨ ਹੈ ਉਸੇ ਵਿੱਚ ਹੀ ਜਾਓ। PCS ਹੋ ਗਿਆ ਜਾਂ IAS ਦਾ ਐਗਜ਼ਾਮ ਜਿਹੜਾ ਕਿ UPSC ਕੰਡਕਟ ਕਰਦਾ, ਠੀਕ ਹੈ ਜੀ। ਇਸ ਐਗਜ਼ਾਮ ਨੂੰ PPSC ਕੰਡਕਟ ਕਰਦਾ। ਇਹ ਬੋਰਡ ਨੇ ਆਹ ਵਿੱਚ ਪੇਪਰ, ਇਹ ਪੋਸਟ ਹੈ PCS। ਆਰਟਸ ਵਾਲੇ ਨੇ ਜਿਹੜੇ ਉਹ ਫਿਰ ਕਰਨਗੇ ਕੀ? ਆਰਟਸ ਵਾਲਿਆਂ ਦਾ ਹੈ ਵੀ ਤੁਸੀਂ ਸਿਵਲ ਸਰਵਿਸਿਜ਼ ਜੁਆਇਨ ਕਰੋ, ਜੋ ਤੁਹਾਡਾ ਪ੍ਰੋਫੈਸ਼ਨ ਹੈ, ਤੇ ਦੇਖੋ ਕਿ ਸਮਾਜ ਦੇ ਵਿੱਚ ਕੀ ਹੈ ਜੋ ਤੁਸੀਂ ਠੀਕ ਕਰ ਸਕਦੇ ਹੋ। ਫਿਰ ਕੀ ਕਰਨਗੇ, ਆਰਟਸ ਵਾਲਿਆਂ ਨੂੰ ਆਪਣੀ ਫੀਲਡ ਹੀ ਚੱਕਣੀ ਪੈਣੀ, ਜੋ ਉਹਨਾਂ ਦਾ ਪ੍ਰੋਫੈਸ਼ਨ ਹੈ, ਜਿਸ ਦੇ ਵਿੱਚ ਉਹ ਮਾਹਿਰ ਨੇ, ਜੋ ਉਹਨਾਂ ਨੇ ਪੜ੍ਹਾਈ ਕੀਤੀ, ਹਿਸਟਰੀ, ਜੀਓਗ੍ਰਾਫੀ, ਪੋਲੀਟੀਕਲ ਸਾਇੰਸ ਜਾਂ ਜੋ ਕੁਛ ਵੀ ਲੈ ਕੇ ਆਪਾਂ BA ਦੇ ਵਿੱਚ ਜਾਂ MA ਵਿੱਚ ਜੋ ਕੁਛ ਵੀ ਲੈ ਕੇ ਤੁਸੀਂ ਪੜ੍ਹਾਈ ਕਰਦੇ ਹੋ, PCS ਦੇ ਵਿੱਚ, PPSC ਜਾਂ UPSC ਦੇ ਵਿੱਚ ਉਹੀ ਤੁਹਾਡਾ ਸਿਲੇਬਸ ਹੁੰਦਾ। ਇਸ ਲਈ ਤੁਹਾਨੂੰ ਕਿਸੇ ਤੋਂ ਪੁੱਛਣਾ ਨਾ ਪਵੇ PCS ਦੇ ਲਈ ਜਾਂ UPSC ਦੇ ਲਈ ਵੀ ਸਾਨੂੰ ਸਿਲੇਬਸ ਕੀ ਆਊਗਾ, ਕਿੱਥੋਂ ਪੇਪਰ ਆਊਗਾ, ਕਿ ਇਹਦੇ ਵਿੱਚ ਮੈਥ ਆਊਗਾ। ਬਹੁਤ ਸਾਰੇ ਬੱਚੇ ਜਿਹੜੇ ਆਰਟਸ ਵਾਲੇ ਨੇ ਉਹਨਾਂ ਨੂੰ ਇਹਦਾ ਆਉਂਦਾ ਵੀ ਮੈਥ ਆਊਗਾ ਜੀ, ਇਹਦੇ ਵਿੱਚ ਵੀ ਮੈਥ ਹੈਗਾ, ਪ੍ਰੀ ਦੇ ਵਿੱਚ, ਦੋਨਾਂ ਪ੍ਰੀ ਦੇ ਵਿੱਚ ਮੈਥ ਹੁੰਦਾ। ਬੱਚੇ ਇਸ ਕਰਕੇ ਪੇਪਰ ਇੱਥੇ ਦਿੰਦੇ ਨੇ ਕਿ ਮੈਥ ਸਾਨੂੰ ਜਿਹੜਾ ਉਹ ਤੰਗ ਕਰੂਗਾ। ਤਾਂ ਆਪਾਂ ਇਹ ਥੋੜ੍ਹਾ ਜਿਹਾ ਕਲੀਅਰ ਕਰ ਲੈਂਦੇ ਹਾਂ ਵੀ ਜਿਹੜਾ ਮੈਥ ਹੈ ਉਹ ਆਉਂਦਾ ਪ੍ਰੀ ਦੇ ਵਿੱਚ, ਠੀਕ ਹੈ। ਦੋਨਾਂ ਦੇ ਵਿੱਚ, ਦੋਨੇ ਪੇਪਰ ਜਦੋਂ ਆਪਾਂ ਕਰਾਂਗੇ ਦੋਨਾਂ ਦੇ ਵਿੱਚ ਪ੍ਰੀ ਜਿਹੜਾ ਪੇਪਰ ਆਉਂਦਾ ਉਹਦੇ ਵਿੱਚ ਤੁਹਾਨੂੰ ਮੈਥ ਆਊਗਾ। ਅੱਛਾ, ਪ੍ਰੀ ਪੇਪਰ ਦਾ ਕੀ ਹੈ? ਮੰਨ ਲਓ 200 ਨੰਬਰ ਦਾ ਪੇਪਰ ਹੋ ਗਿਆ ਪ੍ਰੀ, ਪਾਸਿੰਗ ਮਾਰਕਸ ਜੇਕਰ ਆਪਾਂ 40% ਲਾ ਕੇ ਚੱਲੀਏ ਤਾਂ ਆਪਾਂ ਮੰਨਦੇ ਹਾਂ ਕਿ 200 ਦੇ ਵਿੱਚੋਂ 80 ਨੰਬਰ ਹੈ ਜਿਹੜੇ ਉਹ ਪਾਸ ਹੋਣੇ, 80 ਨੰਬਰਾਂ ਦਾ ਪਾਸ ਹੋਣਾ। ਜੇਕਰ ਹੁਣ ਕੋਈ ਬੱਚਾ 80 ਨੰਬਰ ਲੈ ਰਿਹਾ ਤਾਂ ਉਹ ਪਾਸ ਹੈ, ਬਟ ਜੇਕਰ ਕੋਈ ਬੱਚਾ 199 ਨੰਬਰ ਲੈ ਰਿਹਾ 200 ਦੇ ਵਿੱਚੋਂ ਤਾਂ ਉਸ ਨੂੰ ਵੀ ਪਾਸ ਹੀ ਮੰਨਿਆ ਜਾਵੇਗਾ। ਮੇਨਸ ਦੇ ਉੱਤੇ ਤੁਹਾਡਾ ਇਹਨਾਂ ਦੋਨਾਂ ਦਾ ਕੋਈ ਇਫੈਕਟ ਨਹੀਂ ਹੋਵੇਗਾ, ਚਾਹੇ ਤੁਸੀਂ 80 ਨੰਬਰ ਲੈ ਕੇ ਪਾਸ ਹੋ, 40% ਲੱਗੋ, ਚਾਹੇ ਤੁਸੀਂ 100% ਸਕੋਰ ਕਰ ਦਿੰਦੇ ਹੋ, ਤੁਹਾਨੂੰ ਉਸ ਚੀਜ਼ ਦਾ ਕੋਈ ਫਾਇਦਾ ਨਹੀਂ, ਠੀਕ ਹੈ ਜੀ। ਇਸ ਲਈ ਪ੍ਰੀ ਹੈ ਜਿਹੜਾ ਇਹ ਇੱਕ ਕੁਆਲੀਫਾਈਂਗ ਐਗਜ਼ਾਮ ਹੈ, ਤੁਸੀਂ ਇਹ 'ਤੇ ਉਨਾ ਹੀ ਧਿਆਨ ਦੇਣਾ ਤਾਂ ਕਿ ਤੁਸੀਂ ਸਿਰਫ ਇਹਨੂੰ ਕੁਆਲੀਫਾਈ ਕਰ ਸਕੋ। ਮਾਰਕਸ ਇਹਦੇ ਵਿੱਚ ਵਧਾਉਣ ਦੀ ਕੋਈ ਲੋੜ ਨਹੀਂ, ਮਾਰਕਸ ਆਪਾਂ ਵਧਾਉਣ ਤੁਹਾਡੇ ਕਾਊਂਟ ਹੋਣਗੇ ਮੇਨਸ ਦੇ ਵਿੱਚ, ਠੀਕ ਹੈ ਜੀ। ਮੇਨਸ ਹੈ ਜਿਹੜਾ ਇਹ ਸਬਜੈਕਟਿਵ ਟਾਈਪ ਹੋਊਗਾ, ਇਹ ਤੁਹਾਨੂੰ ਲਿਖਣਾ ਪਊਗਾ। ਪ੍ਰੀ ਹੈ ਜਿਹੜਾ ਇਹ ਆਬਜੈਕਟਿਵ ਟਾਈਪ, ਇਹਦੇ ਵਿੱਚ ਤੁਸੀਂ ਸਿਰਫ ਟਿਕ ਲਾਉਣੀ ਹੈ, ਤੁਹਾਨੂੰ 4 ਆਪਸ਼ਨ ਮਿਲਣਗੇ, ਤੁਸੀਂ ਉੱਤੇ ਟਿਕ ਲਾ ਦੇਣਾ। PCS ਦੇ ਵਿੱਚ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਆ ਰਹੀ, ਠੀਕ ਹੈ, ਇਹਦਾ ਤੁਹਾਨੂੰ ਬੈਨੀਫਿਟ ਹੈ, ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਤਰ੍ਹਾਂ ਹੀ ਸਾਰਾ ਦਾ ਸਾਰਾ ਪੇਪਰ ਟਿਕ ਲਾ ਕੇ ਆਉਣਾ, ਨਹੀਂ। ਮੇਨ ਸੇ ਜਿਹੜਾ ਮੇਨ ਤੁਹਾਡਾ ਸਬਜੈਕਟ ਹੈ, ਤੁਹਾਨੂੰ ਲਿਖਣਾ ਪੈਣਾ, ਲਿਖਣ ਦੀ ਤਿਆਰੀ ਕਰਨੀ ਪਊਗੀ। ਲਿਖਣਾ ਤੁਸੀਂ ਕੀ ਹੈ, ਹੁਣ ਆਪਾਂ ਇਸ ਚੀਜ਼ 'ਤੇ, ਇਸ ਦੇ ਵਿੱਚ 2 ਤਰ੍ਹਾਂ ਦੇ ਪੇਪਰ ਹੁੰਦੇ ਨੇ, ਪਹਿਲਾ ਹੁੰਦਾ ਪ੍ਰੀ, ਫਿਰ ਹੁੰਦਾ ਮੇਨ, ਠੀਕ ਹੈ ਜੀ। ਪ੍ਰੀ ਦੇ ਵਿੱਚ ਤੁਹਾਡੇ 2 ਪੇਪਰ ਹੋਣਗੇ, ਇੱਕੋ ਦਿਨ ਹੋ ਜਾਣਗੇ ਦੋਨੋਂ ਪੇਪਰ, ਬਟ ਇਹਦੇ ਵਿੱਚ ਪੇਪਰ 2 ਹੋਣਗੇ। ਉਹ 2 ਪੇਪਰ ਹੁੰਦੇ ਨੇ ਜੀ GS ਜਨਰਲ ਸਟੱਡੀ ਦਾ ਤੁਹਾਡਾ ਪੇਪਰ ਹੋਊਗਾ, ਠੀਕ ਹੈ ਜੀ। ਉਸ ਤੋਂ ਬਾਅਦ ਹੁੰਦਾ ਐਪਟੀਟਿਊਡ ਜਿਹੜੇ ਤੁਹਾਨੂੰ ਆਉਣਗੇ, ਠੀਕ ਹੈ ਜੀ। ਜਨਰਲ ਸਟੱਡੀ ਹੋਊਗਾ, ਫਿਰ ਤੁਹਾਡਾ ਦੂਜਾ ਪੇਪਰ ਆਊਗਾ ਐਪਟੀਟਿਊਡ ਟੈਸਟ, ਠੀਕ ਹੈ। ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ, ਇਹਦੇ ਵਿੱਚ ਤੁਹਾਨੂੰ ਥੋੜ੍ਹੇ ਜਿਹੇ ਕੁਐਸਚਨ ਪੁੱਛੇ ਜਾਣਗੇ, ਇਹਦੇ ਵਿੱਚ ਮੈਥ ਆਊਗਾ, ਇਹਦੇ ਵਿੱਚ ਰੀਜ਼ਨਿੰਗ ਆਊਗੀ, ਇੰਗਲਿਸ਼ ਆਊਗੀ, ਸਾਰਾ ਕੁਛ ਇਹਦੇ ਵਿੱਚ ਹੋਊਗਾ। GS ਦਾ ਤੁਹਾਨੂੰ ਪਤਾ ਹੈ ਕਿ ਜਨਰਲ ਸਟੱਡੀ ਦਾ ਮੇਨ ਸੌਖਾ ਜਿਹਾ ਪੇਪਰ ਹੁੰਦਾ, ਆਹ ਤੁਹਾਨੂੰ ਥੋੜ੍ਹਾ ਜਿਹਾ ਪਰੇਸ਼ਾਨ ਕਰੂਗਾ, ਬਟ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਇਹ ਵੀ ਨਿਕਲ ਜਾਊਗਾ। ਕਿਉਂਕਿ ਇਹ ਸਿਰਫ ਕੁਆਲੀਫਾਈਂਗ ਐਗਜ਼ਾਮ ਹੈ, ਆਪਾਂ ਸਿਰਫ 40% ਨੰਬਰ ਲੈ ਕੇ ਸਿਰਫ ਪਾਸ ਕਰਨਾ, ਇਹਦੇ ਵਿੱਚ ਆਪਾਂ ਟੌਪ ਨਹੀਂ ਕਰਨੀ, ਟੌਪ ਆਪਾਂ ਕਰਨੀ ਹੈ ਮੇਨਸ ਦੇ ਵਿੱਚ, ਮੇਨਸ ਜ਼ਿਆਦਾ ਜ਼ਰੂਰੀ ਹੈ, ਇਹਨੂੰ ਸਿਰਫ ਆਪਾਂ ਪਾਸ ਹੀ ਕਰਨਾ, ਇਹ 'ਤੇ ਜ਼ਿਆਦਾ ਫੋਕਸ ਦੇਣ ਦੀ ਨਹੀਂ ਲੋੜ, ਠੀਕ ਹੈ ਜੀ। ਲੋਕ ਗੱਲ ਕਰਦੇ ਜੀ ਮੇਨਸ ਦੇ ਬਾਰੇ। ਮੇਨਸ ਦੇ ਵਿੱਚ ਕੀ ਹੋਊ? ਮੇਨਸ ਦੇ ਵਿੱਚ ਟੋਟਲ ਤੁਹਾਡੇ 7 ਪੇਪਰ ਹੋਣਗੇ, 7 ਪੇਪਰ ਤੁਹਾਡੇ ਲੈ ਜਾਣਗੇ। ਇਹਦੇ ਵਿੱਚ ਪਹਿਲਾ ਪੇਪਰ ਆਉਂਦਾ ਪੰਜਾਬੀ ਦਾ, ਜੋ ਕਿ ਮੈਂਡੇਟਰੀ ਹੈ, ਤੁਹਾਨੂੰ ਦੇਣੀ ਪੈਣਾ। +2 ਲੈਵਲ ਤੱਕ ਦੇ ਤੁਹਾਨੂੰ ਪੰਜਾਬੀ ਵਿੱਚੋਂ ਸਵਾਲ ਪੁੱਛੇ ਜਾਣਗੇ, ਬਿਲਕੁਲ ਔਖਾ ਨਹੀਂ ਹੋਊਗਾ, ਤੁਹਾਡੀ ਮਾਤਰ ਭਾਸ਼ਾ ਦੇ ਵਿੱਚ ਤੁਹਾਨੂੰ ਕੋਈ ਵੀ ਮੁਸ਼ਕਿਲ ਨਹੀਂ ਹੋਣੀ ਚਾਹੀਦੀ। ਇੰਗਲਿਸ਼ 12ਵੀਂ ਤੱਕ ਦੀ ਹੋਊਗੀ, +2 ਲੈਵਲ ਤੱਕ ਦੀ ਤੁਹਾਨੂੰ ਇੰਗਲਿਸ਼ ਪੁੱਛੀ ਜਾਣੀ, ਠੀਕ ਹੈ ਜੀ। ਉਹਦੇ ਵਿੱਚੋਂ ਵੀ ਕੁਛ ਨਹੀਂ, ਪੈਰਾਗ੍ਰਾਫ ਦੇ ਕੇ ਤੁਹਾਨੂੰ ਉਹਦੇ ਵਿੱਚੋਂ ਕੁਐਸਚਨ ਲੱਗੂਗਾ। ਐਸੇ ਰਾਈਟਿੰਗ ਹੈ ਜੀ, ਐਸੇ ਰਾਈਟਿੰਗ 'ਤੇ ਤੁਹਾਨੂੰ ਫੋਕਸ ਕਰਨਾ ਪਊਗਾ। ਕੋਈ ਵੀ ਤੁਹਾਨੂੰ 3 ਟੌਪਿਕ PPSC ਵੱਲੋਂ ਦਿੱਤੇ ਜਾਣਗੇ, ਉਹਦੇ ਵਿੱਚ ਤੁਸੀਂ ਆਪਣੇ ਹਿਸਾਬ ਦੇ ਨਾਲ ਜੋ ਵੀ ਉਸ ਚੀਜ਼ ਦੇ
ਲੇਟ ਤੋਂ ਕਮੀ ਚੀਜ਼ ਹੋਊਗੀ, ਤੁਸੀਂ ਉਹਨੂੰ ਆਪਣੇ ਹਿਸਾਬ ਦੇ ਨਾਲ ਆਪਣੀ ਸੋਚ ਦੇ ਦਾਇਰੇ ਦੇ ਹਿਸਾਬ ਦੇ ਨਾਲ ਉਹਨੂੰ ਲਿਖਣਾ, ਉਸੇ ਚੀਜ਼ ਦੇ ਨੰਬਰ ਨੇ। PCS UPSC ISA ਦੇ ਐਗਜ਼ਾਮ ਨੇ ਜਿਹੜੇ, ਇਹਨਾਂ ਐਗਜ਼ਾਮਾਂ ਦੇ ਵਿੱਚ ਤੁਹਾਨੂੰ ਕਿਤਾਬਾਂ ਦੇ ਵਿੱਚੋਂ ਪੜ੍ਹਿਆ ਤੁਸੀਂ ਉਹ ਚੀਜ਼ ਉਹ ਨਹੀਂ ਦੇਖਣੀ। ਉਹਨਾਂ ਨੇ ਦੇਖਣਾ ਤੁਹਾਡੀ ਆਪ ਦੀ क्षमता ਕਿੰਨੀ ਹੈ, ਤੁਸੀਂ ਕੀ ਸੋਚਦੇ ਹੋ, ਤੁਸੀਂ ਕੀ ਲਿਖ ਸਕਦੇ ਹੋ। ਕੱਲ੍ਹ ਨੂੰ ਤੁਸੀਂ ਕਿਸੇ ਮੁਸ਼ਕਿਲ ਦੇ ਵਿੱਚ ਪੈ ਜਾਂਦੇ ਹੋ, ਜਦੋਂ ਤੁਸੀਂ SDM ਜਾਂ IAS ਆਫਿਸਰ ਲਾ ਕੇ ਬੈਠੇ ਹੋ, DM ਲਾ ਕੇ ਬੈਠੇ ਹੋ, ਤਾਂ ਤੁਹਾਡਾ ਦਿਮਾਗ ਕਿਸ ਹੱਦ ਤੱਕ ਕਾਬਿਲ ਹੈ ਕਿ ਤੁਸੀਂ ਸਮੱਸਿਆਵਾਂ ਨੂੰ ਸੋਲਵ ਕਰ ਸਕੋ ਵਧੀਆ ਤਰੀਕੇ। ਠੀਕ ਹੈ, ਐਸੇ ਰਾਈਟਿੰਗ 'ਤੇ ਧਿਆਨ ਦੇਣਾ ਪਊਗਾ, ਲਿਖਣੀ ਪਊਗੀ, ਰੋਜ਼ ਆਨਸਰ ਰਾਈਟਿੰਗ ਤੁਹਾਨੂੰ ਕਰਨੀ ਪੈਣੀ ਹੈ, ਸਪੀਡ ਤੁਹਾਡੀ ਤੁਹਾਨੂੰ ਤੇਜ਼ ਕਰਨੀ ਪੈਣੀ ਹੈ। ਉਸ ਤੋਂ ਬਾਅਦ ਹੁੰਦਾ ਜਨਰਲ ਸਟੱਡੀ ਦੇ 4 ਪੇਪਰ ਹੁੰਦੇ ਨੇ। ਠੀਕ ਹੈ ਜੀ, ਜਨਰਲ ਸਟੱਡੀ ਦੇ 4 ਪੇਪਰ, ਇਸ ਦੇ ਵਿੱਚ ਸਾਰਾ ਕੁਝ ਹੁੰਦਾ। ਹੁਣ ਆਪਾਂ ਦੇਖਦੇ ਹਾਂ, ਥੋੜ੍ਹਾ ਥੋੜ੍ਹਾ ਬ੍ਰੇਕ ਲੈਂਦੇ ਹਾਂ। ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਿਲੇਬਸ ਬ੍ਰੇਕ ਕਰਕੇ ਦੱਸਾਂਗੇ ਕੀ ਚੀਜ਼ ਹੈ, ਕੀ ਆਊਗਾ, ਤੁਸੀਂ ਨੋਟਸ ਕਿਵੇਂ ਬਣਾਉਣਗੇ। ਬਹੁਤ ਬੱਚਿਆਂ ਨੂੰ ਨਹੀਂ ਪਤਾ ਜੀ ਨੋਟਸ ਕਿਵੇਂ ਬਣਾਉਣਗੇ, ਕਈ ਤਾਂ ਨੋਟਸ ਬਣਾਉਂਗੇ, ਉਹਨਾਂ ਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਨੋਟਸ ਕਿਵੇਂ ਬਣਾਉਣਗੇ, ਅਸੀਂ ਕੀ ਕਰੀਏ, ਉਹ ਵੀ ਤੁਹਾਨੂੰ ਸਿਖਾਵਾਂਗੇ ਜੀ ਕਿਹੜੀ ਚੀਜ਼ ਕਿਵੇਂ ਹੋਊਗੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਪੇਪਰ 1। ਪੇਪਰ 1 ਦੇ ਵਿੱਚ ਆਉਗੀ ਜੀ ਹਿਸਟਰੀ, ਜੀਓਗ੍ਰਾਫੀ, ਠੀਕ ਹੈ ਜੀ, ਐਂਡ ਸੁਸਾਇਟੀ। ਇਹ GS 1 ਪੇਪਰ ਹੋਊਗਾ ਮੇਨਸ। ਫਿਰ ਇਸੇ ਤਰ੍ਹਾਂ ਹੀ GS 2 ਉਹਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਆ ਜਾਊਗਾ, ਪੋਲਿਟੀ ਆ ਜਾਊਗੀ, ਗਵਰਨੈਂਸ ਆ ਜਾਊਗੀ, ਇੰਟਰਨੈਸ਼ਨਲ ਰਿਲੇਸ਼ਨਸ ਆ ਜਾਣਗੇ। GS 3 ਦੇ ਵਿੱਚ ਇਕਨੋਮੀ ਆ ਜਾਊਗੀ, ਆਪਣੀ ਸਟੈਟਿਕਸ ਆ ਜਾਣਗੇ, ਸਿਕਿਉਰਿਟੀ ਇਸ਼ੂ ਆ ਜਾਣਗੇ ਜੋ ਚੱਲ ਰਹੇ ਨੇ ਇਸ ਤਰ੍ਹਾਂ। ਪੇਪਰ 4 ਦੇ ਵਿੱਚ ਜਨਰਲ ਸਟੱਡੀ ਦਾ ਸਾਇੰਸ, ਟੈਕਨੋਲੋਜੀ, ਇਨਵਾਇਰਨਮੈਂਟ, ਪ੍ਰੋਬਲਮ ਸੋਲਵਿੰਗ, ਡਿਸੀਜਨ ਮੇਕਿੰਗ, ਤੁਸੀਂ ਕਿਸ ਤਰ੍ਹਾਂ ਕੋਈ ਪ੍ਰੋਬਲਮ ਨੂੰ ਸੋਲਵ ਕਰੋਗੇ, ਡਿਸੀਜਨ ਕਿਵੇਂ ਲੈਣਾ ਕਿਸੇ ਵੀ ਸਮੱਸਿਆ ਦੇ ਵਿੱਚ। ਹੈਗਾ SDO ਕੋਈ ਤੁਹਾਡੇ ਏਰੀਏ ਦੇ ਵਿੱਚ ਕੋਈ ਵੱਡੀ ਸਮੱਸਿਆ ਆ ਜਾਂਦੀ ਹੈ, ਤੁਸੀਂ ਕਿਸ ਤਰ੍ਹਾਂ ਨਿਪਟੋਗੇ ਉਸ ਚੀਜ਼ ਨੂੰ, ਉਸ ਚੀਜ਼ ਦਾ ਵੀ ਹੋਊਗਾ। ਫਿਰ ਸਭ ਤੋਂ ਐਂਡ 'ਤੇ ਦੀ ਆਊਗੀ ਪਰਸਨੈਲਿਟੀ ਟੈਸਟ, ਤੁਹਾਡੀ ਇੰਟਰਵਿਊ। ਬਹੁਤ ਸਾਰੇ ਬੱਚੇ ਨੇ ਜਿਹੜੇ ਮੇਨਸ ਵੀ ਕਲੀਅਰ ਹੋ ਜਾਂਦਾ, ਪ੍ਰੀ ਵੀ ਕਲੀਅਰ ਹੋ ਜਾਂਦਾ, ਇੰਟਰਵਿਊ ਦੇ ਵਿੱਚੋਂ ਬਿਲਕੁਲ ਐਂਡ ਤੋਂ ਜਾ ਕੇ ਜਿਹੜੀ ਕਿ 150 ਨੰਬਰ ਦੀ ਹੁੰਦੀ ਹੈ, 1500 ਦੇ ਵਿੱਚੋਂ 150 ਨੰਬਰ ਦੀ ਇੰਟਰਵਿਊ ਹੁੰਦੀ ਹੈ, ਉਸ ਦੇ ਵਿੱਚੋਂ ਰਹਿ ਜਾਂਦੇ ਨੇ। ਮਤਲਬ ਕਿ ਬਿਲਕੁਲ ਇੱਕ ਵੱਡੀ ਕੋਰਸ ਨੂੰ ਹੱਥ ਲਾ ਕੇ ਵਾਪਸ ਨਹੀਂ ਹੋਏਗੀ। ਇਹ ਜਦੋਂ ਤੁਸੀਂ ਮੇਨਸ ਤੱਕ ਦਾ ਪੜ੍ਹਾਈ ਕਰ ਲਓਗੇ, ਤੁਹਾਨੂੰ ਆਪੇ ਤੁਹਾਡਾ ਦਿਮਾਗ ਇਸ ਕਾਬਿਲ ਹੋਊਗਾ ਵੀ ਇੰਟਰਵਿਊ ਦੇ ਵਿੱਚ ਤੁਹਾਨੂੰ ਕੀ ਪੁੱਛਿਆ ਜਾਊਗਾ। ਆਪਾਂ ਐਂਡ 'ਤੇ ਇਸ ਚੀਜ਼ ਦੀ ਵੀ ਕਰਾਂਗੇ ਤਿਆਰੀ, ਕਿਹੜੇ ਸਵਾਲ ਹੁੰਦੇ ਨੇ, ਕਿੱਦਾਂ ਦੇ ਹੁੰਦੇ ਨੇ, ਤੁਸੀਂ ਜਵਾਬ ਕਿਵੇਂ ਦਿਓ। ਠੀਕ ਹੈ, ਹੁਣ ਆਪਾਂ ਫੋਕਸ ਕਰਦੇ ਹਾਂ ਸਟਾਰਟਿੰਗ ਤੋਂ ਵੀ ਆਰਟਸ ਵਾਲੇ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਹੋਣਗੇ। ਠੀਕ ਹੈ ਜੀ, ਹੁਣ ਦੇਖੋ ਆਰਟਸ ਦੇ ਵਿੱਚ ਹੁੰਦਾ ਕੀ ਹੈ। ਆਰਟਸ ਦੇ ਵਿੱਚ ਹੁੰਦੀ ਹੈ ਜੀ ਹਿਸਟਰੀ, ਆਰਟਸ ਦੇ ਵਿੱਚ ਹੁੰਦੀ ਹੈ ਪੋਲੀਟੀਕਲ ਸਾਇੰਸ, ਜੀਓਗ੍ਰਾਫੀ ਹੁੰਦੀ ਹੈ ਜੀ, ਇਨਵਾਇਰਨਮੈਂਟ ਹੁੰਦੀ ਹੈ। BA ਦੇ ਵਿੱਚ ਜੋ ਆਪਾਂ ਨੋਰਮਲ ਸਬਜੈਕਟ ਰੱਖਦੇ, ਫਿਰ ਹੁੰਦੀ ਹੈ ਜੀ BA ਤੋਂ ਬਾਅਦ ਆਪਾਂ ਕਰਦੇ ਹਾਂ MA ਮਾਸਟਰ ਕਿਸੇ ਚੀਜ਼ ਦੀ, ਜਾਂ ਆਪਾਂ ਪੋਲੀਟੀਕਲ ਸਾਇੰਸ ਦੀ ਮਾਸਟਰ ਕਰ ਲੈਂਦੇ ਹਾਂ, ਪੰਜਾਬੀ ਦੀ ਮਾਸਟਰ ਕਰ ਲੈਂਦੇ ਹਾਂ, ਹਿਸਟਰੀ ਦੀ ਮਾਸਟਰ ਕਰਦੇ ਨੇ ਬਹੁਤ ਬੱਚੇ, ਪਬਲਿਕ ਐਡਮਿਨਿਸਟ੍ਰੇਸ਼ਨ ਦੀ ਮਾਸਟਰ ਕਰਦੇ। ਇਸ ਲਈ ਇਹਨਾਂ ਬੱਚਿਆਂ ਨੂੰ ਥੋੜ੍ਹਾ ਜਿਹਾ ਸੌਖਾ ਲੱਗਦਾ ਜਿਨ੍ਹਾਂ ਨੇ BA ਕੀਤੀ ਹੈ ਜਾਂ ਆਰਟਸ ਲੈ ਕੇ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ, ਸਿਵਲ ਸਰਵਿਸਿਜ਼ ਨੂੰ ਕਰੈਕ ਕਰਨਾ ਪੇਪਰ। ਠੀਕ ਹੈ ਜੀ, ਕੋਈ ਤੁਸੀਂ ਬਾਹਲਾ ਜ਼ਿਆਦਾ ਇਸ ਸਕੋਰ ਨਹੀਂ ਕਰਨਾ ਹੁੰਦਾ। ਜੇਕਰ ਤੁਸੀਂ UPSC ਦਾ ਪੇਪਰ ਦੇ ਰਹੇ ਹੋ ਤਾਂ ਤੁਹਾਨੂੰ ਉਸ ਦੇ ਵਿੱਚ ਸਿਰਫ ਜਿਹੜੇ ਟੌਪ ਬੱਚੇ ਕਰਦੇ ਨੇ 53% ਤੱਕ ਮਾਰਕਸ ਉਹਨਾਂ ਦੇ ਜਾਂਦੇ ਨੇ, ਇਸ ਤੋਂ ਘੱਟ ਲੈਂਦੇ। 53% ਮਾਰਕਸ ਸਕੋਰ ਕਰਨ ਵਾਲਾ ਬੱਚਾ ਇਹ ਰੈਂਕ 1 ਹੋਊਗਾ, ਉਹਦਾ ਪੂਰੇ ਇੰਡੀਆ ਦੇ ਵਿੱਚੋਂ ਬੰਦਾ ਟੌਪ ਕਰਦਾ ਜਿਹੜਾ ਬੰਦਾ ਇਸ ਪੇਪਰ ਦੇ ਵਿੱਚੋਂ 53% ਸਕੋਰ ਕਰਦਾ। ਇਸ ਤੋਂ ਘੱਟ ਆ ਰਹੇ ਨੇ, ਮਤਲਬ ਹਜੇ ਕਿਸੇ 55% ਮਾਰਕਸ ਨਹੀਂ। ਠੀਕ ਹੈ ਜੀ, ਮਤਲਬ ਤੁਹਾਨੂੰ ਬਹੁਤ ਜ਼ਿਆਦਾ ਪੜ੍ਹਾਈ ਕਰਨ ਦੀ ਵੀ ਨਹੀਂ ਹੋਊਗਾ ਕਿਉਂਕਿ ਸਿਲੇਬਸ ਤੁਹਾਡਾ ਆਪਣਾ ਹੈ। ਤੁਸੀਂ +2 ਆਰਟਸ ਨਾਲ ਕੀਤੀ ਹੈ, ਹਿਸਟਰੀ ਤੁਸੀਂ +2 ਤੋਂ ਪੜ੍ਹਦੇ ਆਉਂਦੇ ਹੋ, ਪੋਲੀਟੀਕਲ ਸਾਇੰਸ ਤੁਸੀਂ +2 ਤੋਂ ਪੜ੍ਹਾਈ ਕਰਦੇ ਆ ਰਹੇ ਹੋ। ਠੀਕ ਹੈ ਜੀ, ਜੀਓਗ੍ਰਾਫੀ ਪੜ੍ਹੀ ਹੈ ਆਪਾਂ, ਇਨਵਾਇਰਨਮੈਂਟ ਪੜ੍ਹੀ ਹੈ, ਇਹਨਾਂ ਚੀਜ਼ਾਂ ਦੇ ਵਿੱਚੋਂ ਵੀ ਇਹ ਪੇਪਰ ਆ ਰਿਹਾ। ਮਤਲਬ ਕਿ ਤੁਸੀਂ ਉਹਨਾਂ ਨੂੰ ਸਿਰਫ ਜੇਕਰ ਕੋਈ ਬੱਚਾ ਇੰਟੈਲੀਜੈਂਟ ਜਿਹੜਾ ਜਿਸ ਨੇ +2 ਵੀ ਆਪ ਪੜ੍ਹਾਈ ਕਰਕੇ ਕੀਤੀ ਹੈ, BA ਵੀ ਆਪ ਪੜ੍ਹਾਈ ਕਰਕੇ ਪੇਪਰ ਦਿੱਤੇ ਨੇ, ਮਾਸਟਰ ਵੀ ਆਪ ਪੜ੍ਹਾਈ ਕੀਤੀ ਹੈ, ਤਾਂ ਉਹਦੇ ਲਈ ਇਹ ਸੌਖਾ ਹੋਇਆ। ਉਹਦੇ ਲਈ ਸਿਰਫ ਰਿਵਾਈਜ਼ ਕਰਨਾ, ਉਹਨੇ ਦੁਬਾਰਾ ਨਹੀਂ ਪੜ੍ਹਨਾ। ਹੁਣ ਦੇਖੋ ਜਿਹੜੇ ਬੱਚੇ ਆ ਰਹੇ ਨੇ ਨੌਨ ਮੈਡੀਕਲ ਫੀਲਡ ਦੇ ਵਿੱਚੋਂ, ਜੇਕਰ ਕਿਸੇ ਨੇ BSc ਕੀਤੀ ਹੈ ਨੌਨ ਮੈਡੀਕਲ ਦੇ ਵਿੱਚ, ਜਾਂ ਕੋਈ ਬੱਚਾ ਇੰਜੀਨੀਅਰਿੰਗ ਕਰਕੇ ਆ ਰਿਹਾ, ਕੋਈ ਸਿਵਲ ਵਾਲਾ, ਕੋਈ ਮਕੈਨੀਕਲ ਵਾਲਾ ਜਾਂ ਆਟੋਮੋਬਾਈਲ ਵਾਲਾ ਕੋਈ ਵੀ ਆ ਰਿਹਾ, ਤਾਂ ਉਹਨਾਂ ਨੂੰ ਬਹੁਤ ਦਿੱਕਤ ਆਊਗੀ। ਉਹਨਾਂ ਨੇ ਹਿਸਟਰੀ ਨਹੀਂ ਪੜ੍ਹੀ, ਜੀਓਗ੍ਰਾਫੀ ਨਹੀਂ ਪੜ੍ਹੀ, ਠੀਕ ਹੈ, ਪੋਲੀਟੀਕਲ ਸਾਇੰਸ ਨਹੀਂ ਪੜ੍ਹੀ, ਇਹਨਾਂ ਚੀਜ਼ਾਂ ਉਹਨਾਂ ਨੂੰ ਦੁਬਾਰਾ ਪੜ੍ਹਨੀਆਂ ਪੈਣੀਆਂ। ਤੁਸੀਂ ਜੇਕਰ ਤੁਸੀਂ ਨਕਲ ਮਾਰ ਕੇ ਵੀ ਪਾਸ ਹੋ ਤਾਂ ਆਪਾਂ ਮੰਨ ਕੇ ਚੱਲੀਏ ਕਿ 20% ਤਾਂ ਤੁਹਾਨੂੰ ਉਹਦੇ ਵਿੱਚੋਂ ਕੁਛ ਨਾ ਕੁਛ ਯਾਦ ਹੀ ਹੋਊਗਾ, ਹਿਸਟਰੀ ਪੋਲੀਟੀਕਲ ਸਾਇੰਸ ਦੇ ਵਿੱਚੋਂ ਕੁਛ ਨਾ ਕੁਛ। ਇਸ ਲਈ ਤੁਹਾਨੂੰ ਇਹ ਚੀਜ਼ਾਂ ਥੋੜ੍ਹੀਆਂ ਸੌਖੀਆਂ ਹੋ ਜਾਣਗੀਆਂ। ਸਰ ਤੁਸੀਂ ਰਿਵਾਈਜ਼ ਕਰ ਲਓ ਉਸ ਚੀਜ਼ ਨੂੰ ਇੱਕ ਵਾਰੀ ਫੋਕਸ ਨਾਲ। ਠੀਕ ਹੈ, ਹੁਣ ਇਹਦੇ ਵਿੱਚ ਸਭ ਤੋਂ ਜਿਹੜੀ ਮੇਨ ਚੀਜ਼ ਉਹ ਆਉਂਦੀ ਹੈ ਕਰੰਟ ਅਫੇਅਰਸ। ਕਰੰਟ ਅਫੇਅਰਸ ਤੁਸੀਂ ਕਿੱਥੋਂ ਚੱਕਣੇ, GK ਤੁਸੀਂ ਕਿੱਥੋਂ ਚੱਕਣੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਕਰਨੀ ਪਈ ਹੈ, ਦਾ ਹਿੰਦੂ ਨਿਊਜ਼ ਪੇਪਰ ਹੈ ਜੀ।
द हिंदू न्यूज़पेपर ਤੁਹਾਨੂੰ ਇਹ ਚੱਕਣਾ ਹੀ ਪੈਣਾ ਜਿੱਥੋਂ ਮਰਜ਼ੀ ਚੱਕੋ। ਜੇਕਰ ਤੁਹਾਡੇ ਏਰੀਏ ਦੇ ਵਿੱਚ ਨਹੀਂ ਆ ਰਿਹਾ, ਜਿਹੜੇ ਬੱਚੇ ਸ਼ਹਿਰ ਦੇ ਨੇ, ਕੋਈ ਲੁਧਿਆਣੇ 'ਚ ਰਹਿ ਰਿਹਾ, ਕੋਈ ਜਗਰਾਉਂ 'ਚ ਰਹਿ ਰਿਹਾ, ਉੱਥੇ ਇਹ ਪੇਪਰ ਪ੍ਰੋਵਾਈਡ ਹੋ ਜਾਣਾ। ਜੇਕਰ ਕੋਈ ਪਿੰਡਾਂ ਵਿੱਚ ਨੇ ਤਾਂ ਤੁਸੀਂ ਇਹਨੂੰ ਆਨਲਾਈਨ ਸਬਸਕ੍ਰਾਈਬ ਕਰ ਲਓ। ਸੁਬਾਹ ਚਾਹ ਪੀਂਦੇ ਹੋਏ ਦ ਹਿੰਦੂ ਨੂੰ ਜੇਕਰ ਘਰੇ ਆ ਰਿਹਾ ਤੁਹਾਡੇ ਨਾਲ ਘਰੇ ਖੋਲ੍ਹੋ, ਨਹੀਂ ਤਾਂ ਫਿਰ ਆਨਲਾਈਨ ਸਬਸਕ੍ਰਾਈਬ ਕਰੋ। ਇਹਨੂੰ ਆਨਲਾਈਨ ਡੇਲੀ ਦਾ ਪੇਪਰ ਦੇਖੋ, ਉਹਦੇ ਤੋਂ ਨੋਟਸ ਬਣਾਓ, ਕਿਹੜੀ ਚੀਜ਼ ਆ ਰਹੀ ਹੈ, ਅੱਜ ਨਵਾਂ ਕੀ ਹੋਇਆ। ਜੇਕਰ ਹਿਸਟਰੀ ਦੇ ਵਿੱਚ ਕੁਛ ਨਵਾਂ ਹੋ ਰਿਹਾ, ਤੁਸੀਂ ਹਿਸਟਰੀ ਦੇ ਨੋਟਸ ਬਣਾ ਕੇ ਰੱਖੇ, ਉਸ ਚੀਜ਼ ਨੂੰ ਹਿਸਟਰੀ ਵਾਲੇ ਦੇ ਵਿੱਚ ਰੱਖ ਲਓ। ਕੋਈ ਹਿਸਟਰੀ ਵਾਲੀ ਨਵੀਂ ਚੀਜ਼ ਚੱਕ ਕੇ ਇਹਨਾਂ ਨੇ ਉਸ ਚੀਜ਼ ਨੂੰ ਦੁਬਾਰਾ ਕੁਛ ਬਣਾ ਲਿਆ ਜੀ, ਉਹਨੂੰ ਹਿਸਟਰੀ ਦੇ ਵਿੱਚ ਕਹਿ ਦਿਓ। ਪੋਲੀਟੀਕਲ ਲਾਈਨ ਦੇ ਵਿੱਚ ਕੁਛ ਨਵਾਂ ਹੋ ਰਿਹਾ, ਉਸ ਨੂੰ ਉਸ ਸਾਈਡ ਰੱਖ ਦਿਓ, ਠੀਕ ਹੈ ਜੀ। ਇਨਵਾਇਰਮੈਂਟ ਲਾਈਨ ਦੇ ਵਿੱਚ ਹੋ ਰਿਹਾ, ਉਸ ਨੂੰ ਉਸ ਸਾਈਡ ਚੱਕ ਕੇ ਲਗਾ ਦਿਓ। ਇਸ ਤਰੀਕੇ ਨਾਲ ਨੋਟਸ ਬਣਾਏ ਜਾਣਗੇ। ਤਾਂ ਇਹ ਤੋਂ ਤੁਹਾਨੂੰ ਬਹੁਤ ਜ਼ਿਆਦਾ ਕਰੰਟ ਅਫੇਅਰ ਜਾਂ ਜੀਕੇ ਲੈਣ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਇਹ ਹੈਲਪ ਕਰੂਗਾ। ਕਰੰਟ ਅਫੇਅਰ ਦੇ ਤੁਹਾਡੇ ਉਹ ਜਿਹੜੇ ਨਿਊਜ਼ਪੇਪਰਾਂ ਦੇ ਵਿੱਚੋਂ ਦਾਅਵੇ ਦੇ ਵਿੱਚੋਂ ਤੁਸੀਂ ਕਿਸੇ ਵੀ ਨਿਊਜ਼ਪੇਪਰ ਤੋਂ ਚੱਕ ਸਕਦੇ ਹੋ, ਦਾਅਵੇ ਤੋਂ ਜ਼ਿਆਦਾ ਹੈਲਪ ਕਰੂਗਾ। ਜਾਂ ਬਾਕੀ ਤੁਸੀਂ ਨੋਰਮਲ ਜਿਹੜੇ ਆਨਲਾਈਨ ਪੇਪਰ ਉਹਨਾਂ ਤੋਂ ਚੱਕੋ, ਠੀਕ ਹੈ ਜੀ। ਆਨਲਾਈਨ ਲੱਭ ਲਓ, ਕਿਤੋਂ ਵੀ ਤੁਹਾਨੂੰ ਲੱਭ ਜਾਏਗਾ। ਸਾਰਾ ਕੋਲੇ ਸਮਾਰਟਫੋਨ ਨੇ, ਕੈਪਟਨ ਸਾਹਿਬ ਦੀ ਮਿਹਰਬਾਨੀ ਨਾਲ ਸਾਰਿਆਂ ਨੂੰ ਮਿਲੇ ਨੇ, ਅਤੇ ਜੇਕਰ ਕਿਸੇ ਨੂੰ ਨਹੀਂ ਮਿਲੇ ਤਾਂ ਦੁਬਾਰਾ ਮਿਲ ਜਾਵੇ, ਕੋਈ ਚੱਕਰ ਨਹੀਂ। ਹੁਣ ਆਪਾਂ ਗੱਲ ਕਰਦੇ ਹਾਂ ਵੀ ਇਸ ਵਾਰ ਕਿਉਂ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਮੇਰੇ ਵੱਲੋਂ ਵੀ ਤੁਸੀਂ ਇਹ PCS ਜਾਂ UPSC ਦਾ ਪੇਪਰ ਕਲੀਅਰ ਕਰੋ। ਮੇਰੇ ਕੋਲ ਜੋ ਵੀ ਬੱਚੇ ਆਉਂਦੇ ਨੇ ਜਿਨ੍ਹਾਂ ਨੇ BA ਕੀਤੀ ਹੈ, ਜਿਹੜੇ ਥੋੜ੍ਹੇ ਜਿਹੇ ਸਮਝਦਾਰ ਹੈ, ਉਹਨਾਂ ਨੂੰ ਪਤਾ ਹੋਣਾ ਵੀ ਮੈਂ ਉਹਨਾਂ ਨਾਲ ਇਹੀ ਗੱਲਾਂ ਕਰਦਾ ਰਹੂੰਗਾ ਵੀ ਤੁਸੀਂ UPSC ਦਾ ਪੇਪਰ ਦਿਓ, PCS ਦਾ ਪੇਪਰ ਦਿਓ, IAS ਬਣੋ, DC ਬਣੋ। ਕਿਉਂ? ਕਿਉਂਕਿ ਜੋ ਕੁਝ ਵੀ ਸਮਾਜ ਦੇ ਵਿੱਚ ਤੁਹਾਨੂੰ ਲੱਗਦਾ ਵੀ ਅੱਜ ਗਲਤ ਹੋ ਰਿਹਾ, ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੂੰ ਕੰਟਰੋਲ ਕਰਨਾ ਹੁੰਦਾ ਸਿਵਲ ਸਰਵੈਂਟ ਜਿਹੜੇ ਹੁੰਦੇ। DC ਕੰਟਰੋਲ ਕਰੂਗਾ, SDM ਕੰਟਰੋਲ ਕਰੂਗਾ, ਤਹਿਸੀਲਦਾਰ ਕੰਟਰੋਲ ਕਰੂਗਾ। ਕਰਪਸ਼ਨ ਹੈ ਤੁਹਾਨੂੰ ਲੱਗਦਾ ਕਿਸੇ ਡਿਪਾਰਟਮੈਂਟ ਦੇ ਵਿੱਚ, ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਨੇ ਹੀ ਇਹਨਾਂ ਨੇ ਕੰਟਰੋਲ ਕਰਨਾ। ਜਾਂ ਪੁਲਿਸ ਆਪਣੀ ਕੰਟਰੋਲ ਕਰੂਗੀ, ਪੁਲਿਸ ਵੀ ਇਹਨਾਂ ਦੇ ਅੰਡਰ ਆ। ਤਾਂ ਜੇਕਰ ਤੁਹਾਨੂੰ ਲੱਗਦਾ ਵੀ ਨਹੀਂ ਜੀ ਗਲਤ ਹੋ ਰਿਹਾ, ਤਾਂ ਤੁਸੀਂ ਆਓ ਇਸ ਫੀਲਡ ਦੇ ਵਿੱਚ। ਤੁਹਾਨੂੰ ਲੱਗਦਾ ਪੁਲਿਸ ਡਿਪਾਰਟਮੈਂਟ ਖਰਾਬ ਹੈ, ਤੁਸੀਂ IPS ਆਫੀਸਰ ਬਣੋ। ਤੁਸੀਂ 21 ਸਾਲ ਦੇ ਹੁੰਦੇ IPS ਆਫੀਸਰ ਲੱਗ ਜਾਓ। ਤੁਹਾਨੂੰ ਲੱਗਦਾ ਕਿ ਇਸ ਪਰ ਗਲਤ ਆ, ਚਲੋ ਉਹਨੂੰ ਠੀਕ ਕਰੋ। DC ਤੁਸੀਂ 21 ਸਾਲ ਦੇ ਹੁੰਦੇ ਲੱਗ ਸਕਦੇ, ਚਲੋ ਠੀਕ ਕਰੋ। ਕਿਤੇ ਕੋਈ ਪ੍ਰੋਬਲਮ ਹੈ ਸਮਾਜ ਦੇ ਵਿੱਚ ਤਾਂ ਉਹਨੂੰ ਠੀਕ ਕਰੋ। ਹੁਣ ਦੇਖੋ ਸੌਖਾ ਇਸ ਵਾਰ ਕਿਉਂ ਹੈ? ਇਸ ਵਾਰ ਥੋੜ੍ਹਾ ਜਿਹਾ ਸੌਖਾ ਪੇਪਰ ਪਾਸ ਕਰਨਾ, ਕਿਉਂਕਿ ਪੰਜਾਬ ਦੇ ਵਿੱਚੋਂ ਕੀ ਹੋਇਆ, ਪੰਜਾਬ ਦੇ ਵਿੱਚੋਂ ਬਹੁਤ ਸਾਰਾ ਬੱਚਾ ਜਿਹੜੇ ਇੰਟੈਲੀਜੈਂਟ ਬੱਚੇ ਸੀ, ਇੰਟੈਲੀਜੈਂਟ ਕੁੜੀਆਂ ਸੀ, ਉਹ ਚਲੇ ਗਏ ਸੀ ਕੈਨੇਡਾ ਜਾਂ ਅਮਰੀਕਾ ਜਾਂ ਕਿਤੇ ਵੀ ਜਿਹੜੇ ਦੇਸ਼ ਜਾ ਰਹੇ। IELTS ਨੇ ਜੀ ਬਹੁਤ ਜ਼ਿਆਦਾ ਬੱਚਾ ਬਾਹਰ ਕੱਢਤਾ। ਆਪਾਂ ਮਾੜਾ ਜਾਣਕਾਰੀ ਲੈ ਕੇ ਚੱਲੀਏ ਤਾਂ ਤਕਰੀਬਨ ਤੁਹਾਡਾ 80% ਇੰਟੈਲੀਜੈਂਟ ਬੱਚੇ ਉਹ ਕੈਨੇਡਾ, ਅਮਰੀਕਾ ਜਾਂ ਕਿਤੇ ਵੀ ਬੈਠੇ ਨੇ, ਕਿਉਂਕਿ ਉਹਨਾਂ ਨੇ IELTS ਪਾਸ ਕਰ ਲਈ, ਪੇਪਰ ਦਿੱਤੇ, ਉਹ ਉੱਧਰ ਜਾ ਕੇ ਆਪਦਾ 20 ਲੱਖ ਰੁਪਏ ਲਾ ਕੇ, ਜਿਨ੍ਹਾਂ ਦੇ 95% ਨੰਬਰ ਆਉਂਦੇ ਹੁੰਦੇ ਸੀ ਗ੍ਰੈਜੂਏਸ਼ਨ ਦੇ ਵਿੱਚੋਂ, 12ਵੀਂ ਦੇ ਵਿੱਚੋਂ, ਉਹਨਾਂ ਨੂੰ ਕਿਸੇ ਸਮਝਦਾਰ ਬੰਦੇ ਨੇ ਸਲਾਹ ਦਿੱਤੀ ਤੁਸੀਂ 20 ਲੱਖ 25 ਲੱਖ ਲਾਓ ਅਤੇ ਬਾਹਰਲੇ ਦੇਸ਼ ਦੇ ਵਿੱਚ ਜਾ ਕੇ ਟੈਕਸੀ ਚਲਾਓ ਜਾਂ ਕਿਸੇ ਹੋਟਲਾਂ ਦੇ ਵਿੱਚ ਕੰਮ ਕਰੋ, ਭਾਂਡੇ ਮਾਂਜ ਲਓ। ਚਲੋ ਜੀ ਵਧੀਆ, ਆਪਣੀ ਥਿੰਕਿੰਗ ਹੈ, ਫਰੀਡਮ ਹੈ, ਸੁਤੰਤਰ ਦੇਸ਼ ਹੈ ਆਪਣਾ। ਹਰੇਕ ਬੰਦਾ ਆਪਣੇ ਬਾਰੇ ਸੈਲਫਿਸ਼ ਹੋ ਕੇ ਸੋਚ ਸਕਦਾ, ਉਸਦਾ ਅਧਿਕਾਰ ਹੈ, ਉਹਨੂੰ ਹੱਕ ਹੈ। ਬਟ ਸਾਡੇ ਸਮਾਜ ਦੇ ਪ੍ਰਤੀ ਵੀ ਕੁਝ ਫਰਜ਼ ਹੈਗੇ ਨੇ ਜੋ ਕਿ ਤੁਸੀਂ ਪੂਰੇ ਕਰ ਲਓਗੇ। ਜਿਹਨਾਂ ਨੂੰ ਲੱਗਦਾ ਸਮਾਜ ਦੇ ਵਿੱਚ ਖਰਾਬੀ ਹੈ, ਜ਼ਰੂਰ ਅੱਗੇ ਪੂਰੇ ਕਰੋ, ਪੜ੍ਹਾਈ ਕਰੋ, 1 ਸਾਲ ਤੋਂ 6 ਮਹੀਨੇ ਕਰੋ, ਥੋੜ੍ਹਾ ਜਾ ਕੇ ਕਰੋ, ਅਤੇ ਤੁਸੀਂ ਉਸ ਲੈਵਲ ਤੱਕ ਜ਼ਰੂਰ ਪਹੁੰਚ ਜਾਓਗੇ ਜਿੱਥੋਂ ਤੁਸੀਂ ਸਮਾਜ ਨੂੰ ਠੀਕ। ਇਸ ਲਈ ਤੁਹਾਨੂੰ ਇਸ ਫੀਲਡ ਦੇ ਵਿੱਚ ਆਉਣਾ ਹੀ ਪੈਣਾ, ਠੀਕ ਹੈ। ਹੁਣ ਜਦੋਂ ਕਿ ਆਪਣੇ ਕੋਲ ਜ਼ਿਆਦਾ ਇੰਟੈਲੀਜੈਂਟ ਬੱਚੇ ਜਿਨ੍ਹਾਂ ਦੇ ਨਾਲ ਤੁਹਾਡਾ ਕੰਪੀਟੀਸ਼ਨ ਸੀ, ਜਿਹੜੇ ਬੱਚੇ 12 13 ਘੰਟੇ 24 ਘੰਟੇ ਦੇ ਵਿੱਚੋਂ ਪੜ੍ਹਾਈ ਕਰ ਸਕਦੇ ਸੀ, ਉਹ ਬੱਚੇ ਤਾਂ ਆਪਣੇ ਕੋਲ ਹੈ ਹੀ ਨਹੀਂ। ਉਹਦਾ ਕੈਨੇਡਾ ਜਾ ਕੇ ਉੱਥੇ ਟੈਕਸੀ ਵਗੈਰਾ ਚਲਾ ਰਹੇ ਨੇ, ਜੋ ਕੁਛ ਵੀ ਕਰ ਰਹੇ ਨੇ। ਚਲੋ ਵਧੀਆ ਭਾਈ, ਉਹਦਾ ਆਪਦਾ ਫਿਊਚਰ ਹੈ, ਵਧੀਆ ਫਿਊਚਰ ਬਣਾਉਣਾ। ਅਤੇ ਹੁਣ ਆਪਣੇ ਕੋਲ ਬਚ ਰਹੇ ਨੇ ਜਿਹੜੇ 20%। ਹੁਣ 20% ਦੇ ਵਿੱਚੋਂ ਵੀ ਪੂਰੇ ਬੱਚੇ ਪੇਪਰ ਨਹੀਂ ਦੇਣ ਜਾਣਗੇ। 20% ਦੇ ਵਿੱਚੋਂ ਤੁਸੀਂ 5% ਲਾ ਲਓ ਬੱਚੇ, ਉਹਨਾਂ ਨੂੰ ਲੱਗਦਾ ਕਿ ਉਹ ਟਿਕਟੋਕ ਦੇ ਸ਼ਾਹਰੁਖ ਖਾਨ ਨੇ, ਉਹ ਟਿਕਟੋਕ 'ਤੇ ਆਪਦਾ ਮਨੋਰੰਜਨ ਆਪ ਕਰਨ ਦੇ ਵਿੱਚ ਬਿਜ਼ੀ ਨੇ ਜਾਂ ਉਹ ਲੋਕਾਂ ਦਾ ਮਨੋਰੰਜਨ ਕਰ ਰਹੇ ਨੇ, ਠੀਕ ਹੈ ਜੀ। ਉਹਨਾਂ ਨੇ ਵੀ ਸਮਾਜ ਦਾ ਜਿਹੜਾ ਉੱਤਰਦਾਇਕ ਜੋ ਵੀ ਹੈ ਉਹਨਾਂ ਨੇ ਧਿਆਨ ਦਿੱਤਾ। ਹੁਣ ਬਾਕੀ ਆਪਣੇ ਕੋਲ ਜਿਹੜਾ ਅੰਕੜਾ ਬਚ ਰਿਹਾ 15% ਦਾ, ਇਹਦੇ ਵਿੱਚੋਂ ਤਕਰੀਬਨ ਜੇ ਆਪਣੇ ਅੰਦਾਜ਼ੇ ਨੇ, ਅੰਕੜੇ ਸਹੀ ਨਹੀਂ, ਮੈਂ ਨਹੀਂ ਕਹਿੰਦਾ ਸਹੀ ਅੰਕੜੇ, ਸਿਰਫ ਮੇਰੇ ਅੰਦਾਜ਼ੇ ਨੇ, ਠੀਕ ਹੈ ਜੀ। 15% ਦੇ ਵਿੱਚੋਂ ਬੱਚੇ ਪੇਪਰ ਦੇਣ ਬੈਠੇ ਨੇ। ਇਹਦੇ ਵਿੱਚੋਂ ਵੀ ਕੁਝ ਹੋ ਸਕਦੇ ਨੇ ਜਿਹੜੇ ਖਿਜਣ ਵਿੱਚ ਬਿਜੀ ਨੇ। ਬਹੁਤ ਸਾਰੇ ਲੋਕ ਇੱਦਾਂ ਦੇ ਨੇ ਜਿਹੜੇ ਕਹਿੰਦੇ ਛੱਡ ਆਪਾਂ ਕੀ ਲੈਣਾ, ਆਪਾਂ ਵੀ ਆਪਦਾ ਕੰਮ ਦੇਖੋ, ਉਸ ਤੋਂ ਅੱਗੇ ਵਧਾਓ, ਠੀਕ ਹੈ ਜੀ।
आज़ाद देश सुतंत्र है, कोई भी कुछ भी सोच सकता है। बट किसी को तो देश आज़ाद कराने की लड़ाई लड़नी पड़ी है। कोई तो भगत सिंह बन के आऊगा, सारे बच्चे देश छड्ड के बाहर नहीं जाते। जो थोड़ा घर की छत कमज़ोर हो डिगन वाली हो तो तुम गुआढ़ियां के घर जाके नहीं बैठ सकते, वो छत को ठीक करने के हल लभने पैंदे, ठीक है जी। इसलिए आओ इस फील्ड के पेपर दो, थोड़ी पूरी हैल्प की जाऊगी। मैंने बहुत बच्चे फोन करते हैं जी, इस बारे दसो किमें करिए, कितों तैयारी शुरू करिए जी, असी की करिए। फोन तो इतना कुछ नहीं दसिया जाता, पूरे फोन अटेंड भी नहीं होंगे, ना पूरे मैसेज देखे जाते हैं, ठीक है। तो करके आप थोड़ा जहा वीडियो बनाने का किया शुरू कि चलो वीडियो बना के सारे भेज दिए जाए, इसलिए कि अंकड़ा हम बहुत ज़्यादा थोड़ा रह गया इंटैलीजेंट बच्चों का अपने को। तो इस पेपर के लिए बहुत ज़्यादा फोकस की जरूरत है। तकरीबन 5-6 घंटे, ज़्यादा नहीं, बहुत बच्चे कहते हैं 12-13 घंटे पढ़ना पैना नहीं, तुम डेली पढ़ो, 5-6 घंटे पढ़ो, बहुत सिलेबस कवर हो जाए। बट डेली पढ़ो तो टिकटॉक वाले तुम बाहर आ जाओ। बाकी अपना सिलेबस है जी, प्री तो मेन थोड़ा दस दिता, कवर किमें करना उससे आप एक होर वीडियो बनावांगे सिलेबस की, पूरे किहड़ी चीज़ आऊगी, किमें नोट्स बनाने ने। जेकर फिर भी किसी तो नहीं पढ़नगे, चलो नोट्स भी प्रोवाइड करा देंगे अपना नाम किसी को नोट्स मिल जाया करेंगे। जोड़े बच्चे इंटैलीजेंट नोट्स बनाओगे, जिन्हें को नोट्स शेयर कर सकते हैं, कोई नोट्स बना रहे हैं थोड़े जो मैंने भी पता अपने ग्रुपों के पा लेंगे, लिंक कितने करके शेयर कर देंगे ताकि होर बच्चों की भी हैल्प हो सके, ठीक है जी। क्योंकि ਆਪਾਂ ਚਾਹੁੰਦੇ ਵੀ ਵੱਧ ਤੋਂ ਵੱਧ ਬੱਚੇ ਜਿਹੜੇ ਨੂੰ ਕੁਆਲੀਫਾਈ ਕਰਨ ਇਸ ਐਗਜ਼ਾਮ ਦੇ ਵਿੱਚ, ਤੇ ਜਿੰਨੇ ਜ਼ਿਆਦਾ ਹੋ ਸਕਦੇ ਨੇ ਤੁਸੀਂ ਪੰਜਾਬ ਦੇ ਬੱਚੇ ਹੀ ਜਿਹੜੇ ਬੱਚੇ ਨੂੰ ਪੋਸਟਾਂ UPSC ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ IAS ਦਾ ਐਗਜ਼ਾਮ ਹੈ ਉਹ ਐਗਜ਼ਾਮ ਦੇ ਵਿੱਚੋਂ ਤਕਰੀਬਨ ਹਰ ਸਾਲ 30% ਤਕਰੀਬਨ ਜਿਹੜਾ ਉਹ ਸਟੇਟਾਂ ਦੇ ਰਿਹਾ, ਬਿਹਾਰ ਸਟੇਟ ਜਿਹੜਾ ਉਹ ਬੱਚੇ ਦੇ ਰਿਹਾ 30% बच्चे हर साल IAS कल बिहार स्टेट के निकल किन्ने बंदे ने तुसी आस पास जानते हो IAS डिस्ट्रिक्ट कलैक्टर ने वो पंजाबी बंदे थोड़े जिले तुसी अलग अलग जिले में देखो, थोड़े जिले का जो DDC है IAS ऑफिसर वो पंजाबी, लुधियाने वाले देखो थोड़े जिले का IAS ऑफिसर पंजाबी बंदा पकड़ना। जेकर नहीं तो फिर इस तरह क्यों है भी बाहरों कोई बंदा आके पोस्ट कर रहा है। पंजाबी बच्चे की कर रहे हैं, टिकटॉक चला रहे हैं, हाँ टिकटॉक चला रहे हैं, इससे कोई दो राय नहीं, टिकटॉक चला रहे हैं या बाहर चले गए, बट जोड़े रह गए ने थोड़े बहुत आर्ट्स है, बहुत सोहना विषय तुम आओ इस फील्ड के आप ये पेपर वाल थोड़ा जहा ध्यान दें, ठीक है। बाकी जिन्नी हेल्प असी कर सकते थोड़ी जरूर करेंगे, तुम थोड़ा जहा तुम भी फोकस करो। फोन इन्ने नहीं अटेंड होंगे, फोन बहुत बंदे कंप्लेंट करते हैं जी साडा फोन चक्के नहीं, फोन अटेंड ही नहीं होंगे, सारा दिन बाबा जो फोन रात को 2 बजे भी फोन करते हैं। जेकर मैं फोन ऑफलाइन ना लाऊँ, फ्लाइट मोड से ना लाऊँ तो रात में भी फोन मेरा मिल जाएगा। गुस्से ना होया करो जिन्हों का फोन नहीं चुके जाता, WhatsApp से मैसेज छड़ दिया करो, कोशिश करी दी है भी जिन्हें मैसेज देखे जा सारा के जवाब जी दे सके। कोई भी तुम सवाल होता है जो तुम्हें नहीं पता लग रहा तो पूछ लिया करो, कोई दिक्कत नहीं, कोई समस्या आ रही है, कोई चीज़ तुम समझ ही नहीं आती लाइफ के कोई चीज़ समझ नहीं आती तो भी कुछ करो, क्योंकि बहुत सारे बच्चे आते हैं जोड़े अपना एक्सपीरियंस शेयर करते हैं, आह गल होगी आ चीज़ इस तरह पता नहीं लगे या चीज़ सानू नवी सीखने मिली, उस तरीके काफ़ी कुछ अलग अलग चीज़ा होंगी जिसका हम जानकारी मिल सकती है। आप कुछ किसी का भी सिलसिला पाने होंगे, बट तुम हम इस चीज़ पर फोकस करो। आप पेपर देना है सारा ने BA वाले सारे जने एक बार पेपर देने की कोशिश करो, जिन्हें भी बच्चे फिल कर सकते हैं। फीस थोड़ी ज़्यादा है जी, जनरल कैटागरी के थोड़ा 3000 रुपया फीस पे करनी, जोड़े SC है उन्होंने 1125 रुपये का चलाना जोड़ा निकल रहा है, ठीक है जी। लॉकडाउन का समय भी चल रहा है साडा एरिया जिस लोकेशन ज़्यादातर SC बच्चे हो गए, तो समस्या भी हो सकती है, बट कोई नहीं कितों लैके जेकर थोड़े को नहीं तो किसी को फर्दर के फीस भरो के मेहनत करो, आज पोस्टां के उत्ते वड्डियां पोस्टां संभालो जिहड़ियां छोटियां ने, ठीक है। जिहड़ा तुसीं छड्डी कर दोगे पोस्ट उन्होंने चक्को तो देखो करप्शन कित्थे कित्थे है, उसको खत्म करो तो अपने देश को आज़ाद कराओ जिससे भी गुलाम हो जाए। जय हिंद।